ਦੋਸਤੋ ਅਮਰੀਕਾ ਦੀ ਇਮੀਗ੍ਰੇਸ਼ਨ ਕੇਸਿਸ ਦੇ ਵਿੱਚ ਇੱਕ ਫਾਰਮ ਹੁੰਦਾ ਜਿਹੜਾ ਤੁਸੀਂ ਨਾਲ ਲਾ ਕੇ ਆਪਣੇ ਕੇਸ 'ਚ ਭੇਜਣਾ ਹੁੰਦਾ ਉਹ ਸਭ ਤੋਂ ਇੰਪੋਰਟੈਂਟ ਫਾਰਮ ਹੈ। ਉਸ ਫਾਰਮ ਤੋਂ ਬਗੈਰ ਨਾ ਤੁਹਾਡਾ ਵੀਜ਼ਾ ਲੱਗਣਾ ਨਾ ਤੁਹਾਡਾ ਇੰਟਰਵਿਊ ਹੋਣਾ ਹੈ। ਉਸ ਫਾਰਮ ਦੇ ਵਿੱਚ ਕੁਝ ਕਨਫਿਊਜ਼ਨਸ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਜਿਹਦੀ ਵਜ੍ਹਾ ਨਾਲ ਤੁਹਾਡਾ ਕੇਸ ਡਿਲੇ ਹੋ ਜਾਂਦਾ ਔਰ ਕਈ ਦਫਾ ਤੇ ਬਿਲਕੁਲ ਰਿਫਿਊਜ਼ ਹੀ ਹੋ ਜਾਂਦਾ। ਉਹ ਫਾਰਮ ਕਿਹੜਾ ਹੈ, ਉਹ ਕਨਫਿਊਜ਼ਨ ਤੋਂ ਕਿਸ ਤਰ੍ਹਾਂ ਬਚਣਾ ਹੈ, ਉਹ ਗਲਤੀਆਂ ਤੋਂ ਕਿਸ ਤਰ੍ਹਾਂ ਬਚਣਾ ਹੈ, ਔਰ ਇਸ ਤੋਂ ਇਲਾਵਾ ਉਸ ਫਾਰਮ ਤੋਂ ਰਿਲੇਟਿਡ 2026 ਦੀ ਕੀ ਡਿਟੇਲ ਹੈ, ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਆਖਰ ਤੱਕ ਦੇਖਣਾ। ਆਨੇ ਆਪਣੇ ਮੌਜੂ ਵੱਲ। ਜਨਾਬ, ਉਹ ਸਭ ਤੋਂ ਇੰਪੋਰਟੈਂਟ ਫਾਰਮ ਜਿਹਦੇ ਬਗੈਰ ਤੁਸੀਂ ਇੱਕ ਕਦਮ ਵੀ ਨਹੀਂ ਚੁੱਕ ਸਕਦੇ ਅਮਰੀਕਨ ਇਮੀਗ੍ਰੇਸ਼ਨ 'ਚ, ਉਹ ਹੈ I-864। ਸਭ ਤੋਂ ਇੰਪੋਰਟੈਂਟ ਦੇਖੋ, ਅਗਰ ਇਹ ਤੁਹਾਡੇ ਕੋਲ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਮਸਲਾ ਉਹਨਾਂ ਨੂੰ ਪਤਾ ਮੇਰੇ ਨਾਲ ਗੱਲ ਕਰਦੇ ਨੇ, ਉਹ ਬੰਦ ਗਲੀ 'ਚ ਖਲੋ ਜਾਂਦੇ ਨੇ, ਬੋਬੀ ਭਾਈ ਹੁਣ ਕਿੱਥੇ ਜਾਈਏ, ਕਿਹਦੇ ਕੋਲ ਮੰਗੀਏ, ਕਿੱਥੋਂ ਲੈ ਕੇ ਆਈਏ। ਉਹ ਸਭ ਤੋਂ ਮੁਸ਼ਕਿਲ ਕੰਮ ਹੈ। ਅਗਰ ਤੁਹਾਡੀ ਇਨਕਮ ਘੱਟ ਹੁੰਦੀ ਹੈ ਫਿਰ ਵੀ ਮਸਲਾ ਬਣਦਾ, ਉਹ ਤੁਸੀਂ ਉਹਨੂੰ ਫਿਲ ਹੀ ਨਹੀਂ ਕਰ ਸਕਦੇ। ਅੱਜ ਉਹਦੇ 'ਚ ਮੈਂ ਇਹ ਗੱਲਾਂ ਨਹੀਂ ਕਰਨੀਆਂ ਕਿ ਕਿੱਥੋਂ ਲੈਣਾ, ਕੀ ਕਰਨਾ। ਅੱਜ ਮੈਂ ਦੱਸਣਾ ਕਿ ਉਹਦੇ 'ਚ ਟੈਕਨੀਕਲ ਕੀ ਪ੍ਰੋਬਲਮਾਂ ਬਣਦੀਆਂ ਨੇ, ਉਹ ਮੈਂ ਸਿਰਫ ਤੁਹਾਨੂੰ ਦੱਸਣਾ। ਅਗਰ ਤੁਹਾਡੀ ਆਪਣੀ ਇਨਕਮ ਪੂਰੀ ਹੈ, ਤੁਸੀਂ I-864 ਜਮ੍ਹਾਂ ਕਰਵਾਉਂਦੇ ਹੋ, ਆਲ ਗੁੱਡ, ਆਸਾਨ ਮਾਮਲਾ, ਖਤਮ ਹੋ ਗਈ, ਬਾਏ ਬਾਏ। ਦੂਸਰਾ, ਹੁਣ ਤੁਹਾਡਾ ਜਿਹੜਾ ਪਟੀਸ਼ਨਰ ਹੈ ਉਹਦੀ ਇਨਕਮ ਘੱਟ ਹੈ, ਜਾਂ ਪਟੀਸ਼ਨਰ ਖੁਦ ਅਗਰ ਦੇਖ ਰਿਹਾ ਤੇ ਬਈ ਤੁਹਾਡੀ ਜਿਹੜੀ ਇਨਕਮ ਹੈ ਘੱਟ ਹੈ। ਹੁਣ ਤੁਸੀਂ ਕਹਿੰਦੇ ਹੋ ਯਾਰ ਮੇਰਾ ਬੇਟਾ ਮੇਰੀ ਬੇਟੀ 18 ਸਾਲ ਤੋਂ ਉੱਤੇ ਨੇ, ਜਾਂ ਮੇਰੀ ਬੀਵੀ ਜਾਂ ਮੇਰੇ ਸ਼ੋਹਰ ਮੇਰੇ ਘਰ 'ਚ ਰਹਿੰਦੇ ਨੇ ਮੇਰੇ ਨਾਲ, ਮੈਂ ਉਹਨਾਂ ਦੀ ਇਨਕਮ ਆਪਣੇ ਨਾਲ ਜਮ੍ਹਾਂ ਕਰਕੇ ਤੇ ਇਹ ਫਾਰਮ ਜਮ੍ਹਾਂ ਕਰਾਉਣਾ ਚਾਹੁੰਦਾ। ਫਿਰ ਇਕੱਲਾ I-864 ਨਹੀਂ ਜਾਣਾ, ਫਿਰ I-864A ਨਾਲ ਜਾਣਾ ਹੈ। ਕਿਉਂਕਿ ਜਿਹੜੇ ਬੰਦਾ ਤੁਹਾਡੇ ਘਰ 'ਚ ਰਹਿ ਰਿਹਾ, ਤੁਹਾਡੇ ਹਾਊਸ ਹੋਲਡ ਦਾ, ਤੁਹਾਡੇ ਘਰਾਨੇ ਦਾ, ਤੁਹਾਡੇ ਘਰ ਦਾ ਫੈਮਿਲੀ ਦਾ ਮੈਂਬਰ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਨਾਲ I-864A ਜਮ੍ਹਾਂ ਕਰਾਏਗਾ। ਹੁਣ ਤੁਸੀਂ ਕਹਿੰਦੇ ਹੋ ਜੀ ਮੈਂ, ਮੇਰੀ ਬੀਵੀ ਜਾਂ ਮੇਰੀ ਬੇਟੀ, ਮੇਰਾ ਬੇਟਾ ਅਸੀਂ ਮਿਲਾ ਲਿਆ, ਲੇਕਿਨ ਫਿਰ ਵੀ ਇਨਕਮ ਪੂਰੀ ਨਹੀਂ ਹੋ ਰਹੀ। ਹੁਣ ਮੈਨੂੰ ਬਾਹਰੋਂ ਆਪਣੇ ਚਾਚੇ ਕੋਲ ਲੈਣਾ ਪੈਣਾ, ਜਾਂ ਆਪਣੇ ਮਾਮੂ ਕੋਲ, ਆਪਣੇ ਕਜ਼ਨ ਕੋਲ ਲੈਣਾ ਪੈਣਾ, ਆਪਣੇ ਦੋਸਤ ਕੋਲ ਲੈਣਾ ਪੈਣਾ, ਕੀ ਕਰਾਂ ਹੁਣ? ਫਿਰ ਤੁਸੀਂ ਉਹਨਾਂ ਕੋਲ ਵੀ ਲੈ ਸਕਦੇ ਹੋ ਜੁਆਇੰਟ ਸਪਾਂਸਰ। ਜਦੋਂ ਉਹਨਾਂ ਦਾ ਜੁਆਇੰਟ ਸਪਾਂਸਰ ਲਓਗੇ ਤੇ ਫਿਰ ਕਿਹੜਾ ਫਾਰਮ ਜਮ੍ਹਾਂ ਹੋਏਗਾ? I-864। ਇਹ ਨਹੀਂ, ਇਹ ਸਿਰਫ ਆਪਣੇ ਘਰ ਦੇ ਬੰਦੇ ਨਾਲ ਹੋਣਾ ਹੈ, ਬਾਹਰ ਦੇ ਬੰਦੇ ਨਾਲ ਸਿਰਫ I-864 ਹੋਣਾ ਹੈ। ਹੁਣ ਯਾਦ ਰੱਖੋ ਇੱਕ ਗੱਲ, ਹੁਣ ਘਰ ਦਾ ਬੰਦਾ, ਤੁਹਾਡੀ ਬੇਟੀ, ਤੁਹਾਡਾ ਬੇਟਾ ਘਰ ਤੋਂ ਬਾਹਰ ਰਹਿੰਦੇ ਨੇ, ਉਹਨਾਂ ਦਾ ਆਪਣਾ ਘਰ ਹੈ, ਉਹ ਲਹਿਦਾ ਰਹਿੰਦੇ ਨੇ, ਤੇ ਉਹਨਾਂ ਦੀ ਤੁਹਾਨੂੰ ਮਦਦ ਲੈਣੀ ਪੈ ਗਈ ਹੈ। ਹੁਣ ਉਹ ਤੇ ਤੁਹਾਡਾ ਬੇਟਾ, ਤੁਹਾਡੀ ਬੇਟੀ ਤੁਹਾਡੇ ਫੈਮਿਲੀ ਦਾ ਹਿੱਸਾ ਹੈ, ਲੇਕਿਨ ਹੁਣ ਉਹ ਦੇਣਗੇ I-864, ਫਿਰ ਇਹ ਨਹੀਂ ਦੇਣਗੇ ਕਿਉਂਕਿ ਉਹ ਤੁਹਾਡੇ ਹਾਊਸ ਹੋਲਡ ਘਰਾਣੇ ਦਾ ਹਿੱਸਾ ਨਹੀਂ, ਉਸ ਘਰ ਦਾ ਹਿੱਸਾ ਨਹੀਂ ਜਿਹਦੇ 'ਚ ਤੁਸੀਂ ਰਹਿੰਦੇ ਹੋ। ਘਰੋਂ ਬਾਹਰ ਨਿਕਲ ਗਏ I-864। ਹੁਣ ਸਿੱਧਾ ਆਸਾਨ ਫਾਰਮੂਲਾ ਸਮਝ ਲਓ, ਜੇ ਬੰਦਾ ਤੁਹਾਡੇ ਨਾਲ ਉਸ ਘਰ 'ਚ ਰਹਿੰਦਾ ਤੇ I-864A ਦੇਗਾ, ਅਗਰ ਘਰ 'ਚ ਨਹੀਂ ਰਹਿੰਦਾ ਤੇ ਫਿਰ I-864 ਦੇਗਾ। ਆਸਾਨ ਫਾਰਮੂਲਾ ਹੋ ਗਿਆ। ਇਹ ਫਾਰਮ ਜਨਾਬ ਵਾਲਾ ਤੁਸੀਂ ਇਸ ਤਰ੍ਹਾਂ ਦੇਖੋ ਕਿ ਬਹੁਤ ਸਾਰੇ ਲੋਕ ਗਲਤੀ ਕਰ ਜਾਂਦੇ ਨੇ ਤੇ ਜਿਹਦੇ ਨਾਲ ਮਸਲਾ ਹੁੰਦਾ। ਹੁਣ ਆ ਗਈ ਇਹ ਤੇ ਇੱਕ ਗੱਲ ਹੋ ਗਈ ਖਤਮ। ਹੁਣ ਉਸ ਤੋਂ ਵੀ ਇੰਪੋਰਟੈਂਟ ਗੱਲ ਸੁਣ ਲਓ। ਤੁਹਾਡਾ ਇਸ ਟਾਈਮ ਕੇਸ ਇਮੀਗ੍ਰੇਸ਼ਨ ਦਾ ਚੱਲ ਰਿਹਾ, ਤੁਹਾਡਾ ਇੰਟਰਵਿਊ ਹੋ ਚੁੱਕਿਆ, ਹੋਣ ਵਾਲਾ ਜਾਂ ਮੁਸਤਕਬਲ ਕਰੀਬ 'ਚ ਆਉਣ ਵਾਲਾ। ਹੁਣ ਮਸਲਾ ਕੀ ਹੈ ਕਿ ਤੁਸੀਂ ਜਿਹੜੀਆਂ ਟੈਕਸ ਰਿਟਰਨਾਂ ਦਿੱਤੀਆਂ ਨੇ, ਜਿਹੜੀ ਟਰਾਂਸਕ੍ਰਿਪਟਾਂ ਜਮ੍ਹਾਂ ਕਰਾਈਆਂ ਨੇ, ਉਹ 2024 ਤੱਕ ਦੀਆਂ ਕਰਾਈਆਂ ਨੇ, ਤੇ ਅਸੀਂ ਤਾਂ ਹੁਣ 2025 ਦਾ ਟੈਕਸ ਦੇ ਦਿੱਤਾ, 2026 'ਚ ਬੈਠੇ ਆ, ਕਿਉਂਕਿ 15 ਅਪ੍ਰੈਲ ਤੱਕ ਟੈਕਸ ਜਮ੍ਹਾਂ ਕਰਾਉਣ ਦੀ ਡੇਟ ਹੁੰਦੀ ਹੈ ਅਮਰੀਕਾ ਦੇ ਵਿੱਚ, ਉਹ ਗੁਜ਼ਰ ਗਈ ਹੈ। ਹੁਣ ਅਸੀਂ ਜਦੋਂ ਤੁਸੀਂ ਇੰਟਰਵਿਊ ਵਾਸਤੇ ਜਾਣਾ ਹੈ ਤੇ ਤਾਂ ਤੁਸੀਂ ਨਵੀਂ ਟਰਾਂਸਕ੍ਰਿਪਟ ਲੈ ਕੇ ਜਾਣੀ ਹੈ, ਜਾਂ ਉਸ ਤੋਂ ਪਹਿਲੇ ਜੇ ਤੁਸੀਂ ਡਾਕੂਮੈਂਟਸ ਅਪਲੋਡ ਕਰਨੇ ਨੇ ਤੇ ਤੁਸੀਂ ਨਵੀਂ ਟਰਾਂਸਕ੍ਰਿਪਟ 2025 ਦੀ ਵੀ ਨਾਲ ਕਰਨੀ ਹੈ। ਹੁਣ ਮਸਲਾ ਕੀ ਆ ਰਿਹਾ, ਜੋ ਮੇਰੇ ਕੋਲ ਕੇਸ ਆ ਰਹੇ ਨੇ ਕਿ ਬਹੁਤ ਸਾਰੇ ਲੋਕ ਇੰਟਰਵਿਊ ਦੇ ਕੇ ਆ ਰਹੇ ਨੇ, ਉਹਨਾਂ ਨੂੰ ਲੈਟਰ ਮਿਲ ਰਿਹਾ ਜੀ ਨਵੀਆਂ ਟਰਾਂਸਕ੍ਰਿਪਟਾਂ ਭੇਜੋ। ਹੁਣ ਨਵੀਂ ਟਰਾਂਸਕ੍ਰਿਪਟ ਟਾਈਮ ਬਚਾਉਣ ਵਾਸਤੇ ਮੈਂ ਤੁਹਾਨੂੰ ਐਡਵਾਂਸ ਵੀ ਪਹਿਲੇ ਕਹਿ ਚੁੱਕਿਆ, ਤੁਸੀਂ ਨਵੀਂ ਟਰਾਂਸਕ੍ਰਿਪਟ ਲੈ ਕੇ ਨਾਲ ਜਾਣੀ ਹੈ ਜਾਂ ਜਮ੍ਹਾਂ ਕਰਾਣੀ। ਹਾਂ, ਇੱਥੋਂ ਤੱਕ ਤੇ ਗੱਲ ਸਹੀ ਹੋ ਗਈ, ਤੁਹਾਨੂੰ ਮੈਂ ਦੱਸ ਵੀ ਚੁੱਕਿਆ, ਹੁਣ ਵੀ ਦੱਸ ਰਿਹਾ। ਲੇਕਿਨ ਇੱਕ ਹੋਰ ਮਸਲਾ ਖੜਾ ਹੋ ਗਿਆ। ਉਹ ਮਸਲਾ ਕੀ ਖੜਾ ਹੋਇਆ ਕਿ ਟੈਕਸ ਡੇਟ ਲੰਘਿਆ, ਅਜੇ ਥੋੜ੍ਹੇ ਜਿਹੇ ਦਿਨ ਹੋਏ ਨੇ, 15 ਤਰੀਕ ਨੂੰ ਖਤਮ ਹੋਈ ਹੈ। ਬਹੁਤ ਸਾਰੇ ਲੋਕ ਹੁਣ ਕਹਿ ਰਹੇ ਬੋਬੀ ਭਾਈ ਟਰਾਂਸਕ੍ਰਿਪਟ ਮੰਗ ਰਹੇ ਨੇ, ਲੇਕਿਨ ਅਜੇ ਟਰਾਂਸਕ੍ਰਿਪਟ ਆਈ ਹੀ ਨਹੀਂ, IRS ਨੇ ਆਪਣੀ ਸਾਈਟ ਦੇ ਉੱਤੇ ਟਰਾਂਸਕ੍ਰਿਪਟ ਰੱਖੀ ਨਹੀਂ, ਤੇ ਹੁਣ ਅਸੀਂ ਕੀ ਕਰੀਏ? ਦੇਖੋ, ਅਗਰ ਤੇ ਜੇ ਤੁਸੀਂ ਜਾ ਰਹੇ ਹੋ ਨਾ ਇੰਟਰਵਿਊ ਵਾਸਤੇ ਔਰ ਟਰਾਂਸਕ੍ਰਿਪਟ ਅਜੇ ਤੱਕ ਨਹੀਂ ਆਈ, ਤੇ ਫਿਰ ਤੁਸੀਂ ਟੈਕਸ ਰਿਟਰਨਾਂ ਤੇ ਨਾਲ ਇਕਨੋਲੇਜਮੈਂਟ ਦੀ ਅਗਰ ਕੋਈ ਰਸੀਦ ਹੈਗੀ ਉਹ ਲੈ ਕੇ ਚਲੇ ਜਾਓ, ਉਹਨਾਂ ਨੂੰ ਦਿਖਾ ਦਿਓ, ਤੇ ਉਹਨਾਂ ਨੂੰ ਕਹੋ ਜੀ ਅਗਰ ਤੁਹਾਨੂੰ ਟਰਾਂਸਕ੍ਰਿਪਟਾਂ ਚਾਹੀਦੀਆਂ ਹੋਣਗੀਆਂ, ਅਜੇ ਆਈਆਂ ਨਹੀਂ IRS ਦੀਆਂ, ਅਸੀਂ ਤੁਹਾਨੂੰ ਭੇਜ ਦਾਂਗੇ, ਲੇਕਿਨ ਇਹ ਸਾਡਾ ਸਬੂਤ ਹੈਗਾ ਕਿ ਅਸੀਂ ਟੈਕਸ ਜਮ੍ਹਾਂ ਕਰਵਾਤਾ। ਹਾਂ, ਅਗਰ ਤੁਸੀਂ ਇੰਟਰਵਿਊ ਦੇ ਕੇ ਆ ਗਏ ਔਰ ਉਹ ਤੁਹਾਨੂੰ ਕਹਿ ਰਹੇ ਨੇ ਜੀ ਟਰਾਂਸਕ੍ਰਿਪਟਾਂ ਭੇਜੋ, ਹੁਣ ਤੁਸੀਂ ਆ ਕੇ ਘਰ ਬਹਿ ਗਏ, ਹੁਣ ਕੀ ਕਰੀਏ? ਫਿਰ ਤੁਸੀਂ ਟਰਾਂਸਕ੍ਰਿਪਟਾਂ ਦਾ ਤੁਹਾਨੂੰ ਵੇਟ ਕਰਨਾ ਪਏਗਾ। ਹੁਣ ਯਾਦ ਰੱਖੋ, ਕੁਝ ਲੋਕਾਂ ਦੀਆਂ ਟਰਾਂਸਕ੍ਰਿਪਟਾਂ ਆ ਗਈਆਂ ਨੇ, ਅਕਸਰੀਅਤ ਦੀਆਂ ਅਜੇ ਨਹੀਂ ਆਈਆਂ। ਟਰਾਂਸਕ੍ਰਿਪਟ ਆਣੀ ਕਿੱਥੋਂ ਹੈ? ਇਹ ਕੋਈ ਘਰ ਲੈਟਰ 'ਚ ਨਹੀਂ ਆਣੀ, ਇਹ IRS ਨੇ ਆਪਣੇ ਸਾਈਟ 'ਤੇ ਰੱਖਣੀ ਹੈ। ਔਰ ਅਸੀਂ ਕਿਸ ਤਰ੍ਹਾਂ ਕੱਢਣੇ ਆ? ਅਕਾਊਂਟ
ਅਗਰ ਤੁਸੀਂ ਪਟੀਸ਼ਨਰ ਹੋ ਤੇ ਆਪਣਾ IRS ਦਾ ਅਕਾਊਂਟ ਬਣਾ ਲਓ। ਅਗਰ ਤੁਸੀਂ ਬੈਨੀਫੀਸ਼ੀਅਰੀ ਹੋ ਤੇ ਆਪਣੇ ਪਟੀਸ਼ਨਰ ਦੱਸੋ ਕਿ ਭਾਇਨ ਬਾਜੀ ਤੁਸੀਂ ਨਾ ਆਪਣਾ ਅਕਾਊਂਟ ਬਣਾਓ, ਉਹਦੇ ਵਿੱਚੋਂ IRS ਦੇ ਅਕਾਊਂਟ ਦੇ ਵਿੱਚ ਅਗਰ ਬਣਿਆ ਹੈ ਤੇ ਉਹਦੇ ਵਿੱਚ ਟਰਾਂਸਕ੍ਰਿਪਟ ਆਣੀ ਜੇ 2025 ਦੀ, ਉਹ ਤੁਸੀਂ ਪ੍ਰਿੰਟ ਕੱਢਣੀ ਹੈ ਜਾਂ ਉਹਦੀ ਕਾਪੀ ਕੱਢਣੀ, ਉਹਨੂੰ ਡਾਊਨਲੋਡ ਕਰਨਾ ਤੇ ਮੈਨੂੰ ਭੇਜਣਾ ਹੈ। ਇਹ ਤਰੀਕਾਕਾਰ ਹੈ। ਆਪਣਾ ਅਕਾਊਂਟ ਬਾਰ-ਬਾਰ ਚੈੱਕ ਕਰੋ, ਕਿਸੇ ਟਾਈਮ ਵੀ ਹੋਣਾ ਹੈ, ਆਉਣ ਵਾਲੀਆਂ ਨੇ। ਕੁਛ ਲੋਕਾਂ ਦੀਆਂ ਖਬਰ ਮਿਲੀ ਆ ਗਈਆਂ ਨੇ, ਲੇਕਿਨ ਕੁਛ ਲੋਕਾਂ ਦੀਆਂ ਨਹੀਂ ਆਈਆਂ। ਤੁਸੀਂ ਚੈੱਕ ਕਰਦੇ ਰਹੋ ਤਾਂ ਕਿ ਤੁਹਾਡੇ ਜਿਹੜੇ ਪਿਆਰੇ ਨੇ ਉਹਨਾਂ ਦਾ ਟਾਈਮ ਜ਼ਾਇਆ ਨਾ ਹੋਵੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।